तेरे कवन कवन गुण कह कह गावा, तू साहिब गुणी निधाना। तुमरी महिमा बरन न साको, तू ठाकुर ऊच भगवाना। बेसुमार अथाह अगनत अतुलै, जियो बुलावो त्यो नानक दास बोलै। चवर शतर तखदे मालक, हाजरा हजूर ज़ाहिरा ज़हूर, सर्ब कला भरपूर। दो जहान के वाली, साहिब कमाल बादशाह दरवेश। शब्द गुरु अवतार धन 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 श्री गुरु ग्रंथ साहिब महाराज जी दे पावन पवित्र चरनां दे विच जुड़ी हुई गुरु रूप, गुरु प्यारी, गुरु सवारी, गुरु दुलारी, गुरु न्यारी पवित्र साध संगत जी। बाला प्रीतम चौजी प्रीतम सच्चे पातशाह धन धन श्री गुरु हरकृष्ण साहिब महाराज जी दे पावन दरबार दियाँ हाज़रियाँ भरन दे सुभाग प्राप्त कर रहे हैं। चल रहे लड़ीवार कथा शब्द गुरु जी दी आप सारे पिछले समय तो श्रवण कर रहे हो। इस पावन अस्थान ते दर्शन संगत करन दे सुभाग प्राप्त हो रहे ने। अज दा शब्द जिदा बहुत ही प्रेम दे नाल साडे बड़े ही सत्कारयोग ग्रंथी सिंह साहिबाना जी ने आप सारे नूं श्रवण करवाया। आसा गौड़ी ग्वारेरी राग दे विच 180 अंग ते सुशोभित परमेश्वर अकाल पुरख वाहिगुरु जी दी बाणी, धुर की बाणी, पावन पवित्र मुखारबिंद धन धन श्री गुरु अर्जन देव जी महाराज जी ने कृपा की। साध संगत जी, गौड़ी राग हिंदुस्तानी संगीत का एक बहुत प्रचलित राग है। इस राग का जिहड़ा माहौल डर नूं खत्म करन वाला, मन नूं शांत करन वाला, सैटिस्फैक्शन जिन्हों आपां शांति कह दिंदे हां, तृप्त कह दिंदे हां, मन नूं तृप्त करन वाला ये राग हिंदुस्तानी संगीत विच इहदियां 22 किस्मां आउंदियां ने। गुरु महाराज गुरु नानक साहिब महाराज जी ने मेहर करके तकरीबन 12 तरीके दे नाल ये राग गुरबाणी दे विच पिरोया। गौड़ी ग्वारेरी, गौड़ी चेती, अपनी बहुत प्रचलित गुरबाणी श्री सुखमनी साहब जी भी इसी गौड़ी राग दे विच महाराज जी ने दया की, मेहर की, कृपा की अपनी प्यारियां संगतां ते। अज दा शब्द गुरु महाराज दया कर रहे ने और जिस तरह एक पढ़ाई करन वाला बच्चा, अच्छे आचरण वाला एक स्टूडेंट अपने टीचर दे नाल सोहणे सोहणे प्रभावशाली अध्यात्म तो जुड़े हुए, अपने मुख खेतर तो जुड़े हुए सवाल पुछदा है और अध्यापक बहुत खुश होंदा है कि वाह बच्चा बड़ा समझदार है, चंगे चंगे सवाल पूछ रहा है।
ਉਹੀ ਸੰਬੰਧ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਬਹੁਤ ਹੀ ਪਿਆਰ ਦੇ ਘਰ ਦੇ ਵਿੱਚ ਆ ਕੇ ਪਰਮੇਸ਼ਵਰ ਸਰੂਪ ਗੁਰਬਾਣੀ ਦੇ ਵਿੱਚ ਸਾਨੂੰ ਸੇਧ ਦੇ ਰਹੇ ਨੇ, ਸਵਾਲ ਜਵਾਬ ਕਰਕੇ ਸਾਨੂੰ ਸਿਖਾਲਣਾ ਚਾਹ ਰਹੇ ਨੇ ਕਿ ਸਾਡੀ ਅੰਦਰ ਦੀ ਭਾਵਨਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਤੀ ਕਿਸ ਤਰ੍ਹਾਂ ਦੀ ਹੋਵੇ। ਅਸੀਂ ਆਪਣੇ ਆਪ ਨੂੰ ਕਿਤਨਾ ਅੰਦਰ ਲੈ ਕੇ ਜਾਈਏ ਤਾਂ ਕਿ ਖੋਜਦੇ ਖੋਜਦੇ ਇਹ ਬੂੰਦ ਸਾਗਰ ਦੇ ਵਿੱਚ ਮਿਲ ਜਾਵੇ। ਅਸੀਂ ਸਾਰੇ ਇੱਕ ਬੂੰਦ ਹੈਗੇ ਆ, ਪਰਮੇਸ਼ਵਰ ਸਰੂਪ ਅਥਾਹ ਸਾਗਰ ਹੈ। ਬੂੰਦ ਦੀ ਹੋਂਦ ਮਿਟੇਗੀ ਤੇ ਸਾਗਰ ਦੇ ਵਿੱਚ ਮਿਲੇਗੀ। ਸੋ ਆਓ ਗੌੜੀ ਗੁਆਰੇਰੀ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਗੌੜੀ ਰਾਗ ਗੁਆਰੇਰੀ ਦੇ ਨਾਲ ਮਿਸ਼ਰਿਤ ਕਰਕੇ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ। ਮਨ ਮੰਦਰ ਤਨ ਸਾਜੀ ਬਾਰ। ਮਹਾਰਾਜ ਸਮਝਾਉਣਾ ਚਾਹ ਰਹੇ ਨੇ ਕਿ ਜਿਸ ਤਰ੍ਹਾਂ ਕੋਈ ਕੀਮਤੀ ਵਸਤੂ ਅਸੀਂ ਆਪਣੇ ਘਰ ਦੇ ਵਿੱਚ ਲੈ ਕੇ ਆਉਂਦੇ ਹਾਂ, ਮੰਨ ਲਈਏ ਕੋਈ ਸੋਨਾ ਚਾਂਦੀ, ਕੋਈ ਮਾਇਆ ਹੀਰੇ ਜੇਵਰਾਤ, ਤੇ ਉਹਨੂੰ ਅਸੀਂ ਖੁੱਲ੍ਹਾ ਨਹੀਂ ਛੱਡਦੇ, ਉਹਨੂੰ ਕਿਸੇ ਲੋਕਰ ਦੇ ਵਿੱਚ ਰੱਖਦੇ ਹਾਂ ਜਾਂ ਉਹਨੂੰ ਕਿਸੇ ਤਾਲੇ ਦੇ ਵਿੱਚ ਰੱਖ ਦਿੰਦੇ ਹਾਂ। ਮਹਾਰਾਜ ਇਸੀ ਤਰ੍ਹਾਂ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕਰ ਰਹੇ ਨੇ ਕਿ ਸਾਡਾ ਮਨ ਜਿਹੜਾ ਆ ਇਹ ਇੱਕ ਬਹੁਤ ਹੀ ਸੋਹਣਾ ਮੰਦਿਰ ਹੈ, ਔਰ ਤਨ ਜਿਹੜੀ ਹੈ, ਇਸ ਤਨ ਨੂੰ ਮਹਾਰਾਜ ਨੇ ਇੱਕ ਤਰੀਕੇ ਦੀ ਬਾਰ, ਜਿਹਨੂੰ ਆਪਾਂ ਫੈਂਸਿੰਗ ਕਹਿ ਦਿੰਦੇ ਹਾਂ, ਤਾਰ ਕਹਿ ਦਿੰਦੇ ਹਾਂ। ਮਹਾਰਾਜ ਕਹਿ ਰਹੇ ਆ ਕਿ ਸਾਡੇ ਤਨ ਨੂੰ ਇੱਕ ਤਰੀਕੇ ਦੀ ਵਾੜ ਲਾਈ ਹੋਈ ਆ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਮਨ ਇਤਨਾ ਕੀਮਤੀ ਹੈ, ਮਨ ਦੇ ਅੰਦਰ ਵਸਤੂਆਂ ਕੀਮਤੀ ਹੋਣੀਆਂ, ਇਸ ਕਰਕੇ ਤਨ ਰੂਪੀ ਵਾੜ ਮਨ ਦੇ ਆਲੇ ਦੁਆਲੇ ਲਗਾਈ ਹੈ। ਜਿਸ ਤਰ੍ਹਾਂ ਅਸੀਂ ਦੁਨਿਆਵੀ ਪਦਾਰਥਾਂ ਨੂੰ ਬਚਾਉਣ ਵਾਸਤੇ, ਦੁਨਿਆਵੀ ਪਦਾਰਥਾਂ ਨੂੰ ਸੰਭਾਲਣ ਵਾਸਤੇ ਲੋਕਰ ਦੇ ਵਿੱਚ, ਲੋਕ ਦੇ ਵਿੱਚ ਰੱਖਦੇ ਹਾਂ। ਇਸ ਹੀ ਮੱਧੇ ਬਸਤ ਅਪਾਰ। ਕਿਉਂ ਮਹਾਰਾਜ ਵਾੜ ਲਗਾਈ ਹੈ? ਕਿਉਂਕਿ ਇਸ ਮਨ ਦੇ ਵਿੱਚ ਬੇਸ਼ਕੀਮਤੀ, ਇਸ ਹੀ ਮੱਧੇ ਅੰਦਰ ਬਸਤ ਅਪਾਰ, ਬਹੁਤ ਅਪਾਰ ਬੇਸ਼ਮੂਲੀ ਵਸਤੂਆਂ ਹੈਗੀਆਂ। ਉਹ ਕਿਹੜੀਆਂ ਕਿਹੜੀਆਂ ਵਸਤੂਆਂ ਨੇ, ਉਹਨਾਂ ਦਾ ਕੀ ਕੀ ਮੋਲ ਹੈ, ਕਿਸ ਤਰ੍ਹਾਂ ਸੰਭਾਲੀਏ, ਉਹਨਾਂ ਦੇ ਕੀ ਕੀ ਕੰਮ ਆਉਣੇ ਨੇ, ਇਹ ਗੁਰੂ ਮਹਾਰਾਜ ਅਗਲੀ ਪੰਕਤੀਆਂ 'ਚ ਸਾਨੂੰ ਸਾਰਿਆਂ ਨੂੰ ਸਮਝਾਉਣਾ ਕਰਨਗੇ। ਇਸ ਹੀ ਭੀਤਰ ਸੁਨੀਅਤ ਸਾਹੁ। ਮਹਾਰਾਜ ਕਹਿੰਦੇ ਨੇ ਕਿ ਸੁਣਿਆ, ਜਾਣੀ ਜਾਣ ਨੇ। ਅਕਾਲ ਪੁਰਖ ਆਪ ਪਰਮੇਸ਼ਵਰ ਸਰੂਪ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਤਰਯਾਮੀ ਸਭ ਕੁਝ ਜਾਣਦੇ ਨੇ, ਪਰ ਨਿਮਰਤਾ ਦੇ ਘਰ ਦੇ ਵਿੱਚ ਆ ਕੇ ਕਹਿ ਰਹੇ ਨੇ ਕਿ ਅਸੀਂ ਸੁਣਿਆ ਹੈ ਕਿ ਇਹਦੇ ਅੰਦਰ ਬਹੁਤ ਵੱਡਾ ਸ਼ਾਹੂਕਾਰ, ਸਭ ਤੋਂ ਵੱਡਾ ਸਾਹ, ਸਭ ਤੋਂ ਵੱਡਾ ਬਿਜ਼ਨਸ ਟਾਈਕੂਨ, ਦੁਨਿਆਵੀ ਭਾਸ਼ਾ ਦੇ ਵਿੱਚ ਬਹੁਤ ਵੱਡਾ ਸਾਹੂਕਾਰ ਬੈਠਾ ਹੈ, ਵਸਿਆ ਹੈ। ਇਸ ਹੀ ਭੀਤਰ ਸੁਨੀਅਤ ਸਾਹੁ। ਸੁਣਿਆ ਹੈ। ਕਵਨ ਬਾਪਾਰੀ ਜਾ ਕਾ ਊਹਾ ਵਿਸਾਹੁ। ਹੁਣ ਸਾਧ ਸੰਗਤ ਜੀ, ਵੱਡੇ ਵੱਡੇ ਸਾਹੂਕਾਰ ਕੋਲ ਅਕਸਰ ਦੁਨਿਆਵੀ ਤੌਰ ਦੇ ਉੱਪਰ ਵਪਾਰੀ ਜਾ ਕੇ ਵਪਾਰ ਕਰਦੇ ਨੇ, ਔਰ ਮਹਾਰਾਜ ਅੱਗੇ ਇੱਕ ਸਵਾਲ ਰੂਪ ਦੇ ਵਿੱਚ ਬਚਨ ਕਰ ਰਹੇ ਨੇ ਕਿ ਕਿਹੜੇ ਕਿਹੜੇ ਇਹੋ ਜਿਹੇ ਵਪਾਰੀ ਹੋਣਗੇ ਜੋ ਇਸ ਮਨ ਦੇ ਵਿੱਚ ਬੈਠੇ ਹੋਏ ਸਾਹ ਦੇ ਨਾਲ ਜਾ ਕੇ ਵਿਸਾਹ ਕਰਨਗੇ, ਵਿਆਪਾਰ ਕਰਨਗੇ, ਬਿਜ਼ਨਸ ਕਰਨਗੇ। ਇਹ ਸਵਾਲ ਰੂਪ 'ਚ ਕਰ ਰਹੇ ਨੇ ਮਹਾਰਾਜ।
नाम रतन को व्यवहारी। अगे महाराज थोड़ा जा पड़दा चकते ने और कहते ने व्यापार की गल दस रहे ने कि ये साह दे नाल ओ व्यापारी व्यापार करनगे जिन्हां नूं नाम दे रतन दे बारे पता है। वाहिगुरु 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 दे बारे पता है कि वाहिगुरु कितना बेशमूल बहुमूल्य रतन है, बहुमूल्य पदार्थ है। इस तो ज़्यादा अमीर और इस तो ज़्यादा वड्डा कोई पदार्थ दुनिया विच नहीं है। नाम रतन को व्यवहारी नाले ही कह रहे ने कि बहुत ज़्यादा नहीं, कोई विरले ही होणगे नाम दे व्यापारी, नाम रतन दे व्यापारी। जिस तरह गुरु हरकृष्ण साहिब महाराज जी ने बहुत दयालता दे घर दे विच आके सारियां संगतां नूं अपने चरनां विच लिया आउंदा। कुछ दुनिया इहो जी भी होएगी जो अपने अपने कम्मां काजां दे विच बिजी होणगे, अपने अपने घर बार दे नाल होणगे, कुछ सुत्ते ही पए होणगे। कुछ मजबूरी दे कारण जो इत्थे नहीं आ सके उन्हां नूं महाराज ने टीवी दे राहीं जिहड़ी सेवा इत्थे चल रही है मीडिया दे राहीं महाराज उन्हां नूं जोड़ रहे ने। ਉਹ ਜਿਹੜੇ नाम रतन ਦੀ परिभाषा ਨੂੰ समझ गए, ਉਹਦੀ ਅਹਿਮੀਅਤ ਨੂੰ समझ गए। ਉਹਨਾਂ व्यापारियां ਦੇ ਬਾਰੇ ਮਹਾਰਾਜ ਕਹਿ ਰਹੇ ਨੇ कि ਉਹ ਨੇ ਜੋ ਇਸ ਸਾਹ ਦੇ ਨਾਲ ਜੋ ਸਾਡੇ ਮਨ ਦੇ ਵਿੱਚ ਵਸਿਆ ਹੋਇਆ ਪਰਿਪੂਰਨ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ, ਇਹ ਨੇ ਜੋ व्यापार ਕਰਨਗੇ। ਉਹਨਾਂ ਦੀ ਹੋਰ ਕੀ ਵਿਸ਼ੇਸ਼ਤਾਵਾਂ ਹੈਗੀਆਂ ਮਹਾਰਾਜ, ਇਹ ਵੀ ਕਿਰਪਾ ਕਰੋ। ਅੰਮ੍ਰਿਤ ਭੋਜਨ ਕਰੇ ਆਹਾਰੀ। ਸਾਧ ਸੰਗਤ ਜੀ, ਜਿਹਨੂੰ ਨਾਮ ਦਾ ਰਸ, ਨਾਮ ਦਾ ਚਸਕਾ ਪੈ ਜਾਂਦਾ ਹੈ, ਉਹ ਫਿਰ ਬਾਹਰਲੇ ਰਸਾਂ ਕਸਾਂ ਦੇ ਵਿੱਚ ਆਪਣੇ ਆਪ ਨੂੰ ਔਰ ਆਪਣਾ ਸਮਾਂ ਨਸ਼ਟ ਨਹੀਂ ਕਰਦੇ। ਇੱਕ ਹੁੰਦਾ ਸਾਧੂ ਔਰ ਇੱਕ ਹੁੰਦਾ ਸਵਾਦੂ। ਇੱਕ ਤਰੀਕੇ ਦੇ ਬੰਦੇ ਦਾ ਧਿਆਨ ਇਕੱਲੇ ਸਵਾਦਾਂ ਦੇ ਵਿੱਚ ਹੀ ਹੈ, ਸਵੇਰੇ ਕੀ, ਦਿਨੇ ਕੀ, ਸ਼ਾਮੀ ਕੀ, ਰਾਤੀ ਕੀ, ਅੱਜ ਇਹ, ਅੱਜ ਉਹ, ਅੱਜ ਪੀਜ਼ਾ, ਅੱਜ ਬਰਗਰ, ਅੱਜ ਮਟਰ ਪਨੀਰ, ਅੱਜ ਸ਼ਾਹੀ ਪਨੀਰ। ਔਰ ਇੱਕ ਹੁੰਦੇ ਆ ਸਾਧੂ ਜਿਨ੍ਹਾਂ ਨੂੰ ਭਾਵੇਂ ਸੁੱਕੀ ਰੋਟੀ ਵੀ ਮਿਲ ਜਾਵੇ, ਚੋਪੜੀ ਮਿਲ ਜਾਵੇ, ਘਿਓ ਨਾਲ ਮਿਲ ਜਾਵੇ, ਲੂਣ ਨਾਲ ਮਿਲ ਜਾਵੇ, ਉਹਨਾਂ ਵਾਸਤੇ ਉਹੀ ਬਹੁਤ ਆ ਕਰਕੇ ਉਸ ਚੀਜ਼ ਦੀ ਅਹਿਮੀਅਤ ਛੋਟੀ ਰਹਿ ਜਾਂਦੀ ਹੈ। ਔਰ ਨਾਮ ਜਪਣ ਦੀ, ਨਾਮ ਜਪ ਜਪ ਕੇ ਹਿਰਦੇ ਨੂੰ ਪਵਿੱਤਰ ਕਰਨ ਦੀ, ਨਾਮ ਜਪ ਜਪ ਕੇ ਹਿਰਦੇ ਦੇ ਵਿੱਚੋਂ ਡੁਪਲੀਕੇਟ ਚੀਜ਼ਾਂ ਦੀ, ਜਿਹੜੀ ਚੀਜ਼ਾਂ ਦੀ ਕੋਈ ਮੁੱਲ ਨਹੀਂ ਹੈਗੀ ਇਸ ਦੁਨੀਆ ਦੇ ਵਿੱਚ, ਉਹਨਾਂ ਚੀਜ਼ਾਂ ਦੀ ਵੈਲਿਊ ਖਤਮ ਹੋ ਜਾਂਦੀ ਹੈ। ਆਪਣੇ ਆਪ ਹੀ ਸੁਤੇ ਸਿੱਧ ਮਹਾਰਾਜ ਮਿਹਰ ਕਰਦੇ 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 ਖਤਮ ਕਰ ਦਿੰਦੇ ਨੇ, ਵੈਰ ਵਿਰੋਧ ਤੱਕ ਖਤਮ ਕਰ ਦਿੰਦੇ ਨੇ। ਅੰਮ੍ਰਿਤ ਭੋਜਨ ਕਰੇ ਆਹਾਰੀ। ਉਹਨਾਂ ਦਾ ਭੋਜਨ ਕੇਵਲ ਤੇ ਕੇਵਲ ਨਾਮ ਵਾਹਿਗੁਰੂ 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 ਵਾਹਿਗੁਰੂ। ਕਹਿਣ ਦਾ ਭਾਵ ਇਹ ਨਹੀਂ ਹੈਗਾ ਕਿ ਉਹ ਖਾਣਾ ਪੀਣਾ ਛੱਡ ਦਿੰਦੇ ਨੇ, ਪਰ ਉਹਨਾਂ ਦਾ ਧਿਆਨ ਹਟ ਜਾਂਦਾ ਹੈ। ਬਹੁਤ ਸੰਗਤ ਇਹੋ ਜਿਹੀ ਸਜੀ ਹੋਏਗੀ ਦਰਬਾਰ ਦੇ ਵਿੱਚ ਜੋ ਸ਼ਾਇਦ ਇਸ ਗੱਲ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰ ਸਕੇ ਕਿ ਹਾਂ, ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਅਸੀਂ ਨਾਮ ਜਪਦੇ ਹਾਂ, ਮਹਾਰਾਜ ਮਿਹਰ ਕਰਕੇ ਆਪਣੇ ਦਰਬਾਰਾਂ ਦੇ ਵਿੱਚ ਲੈ ਕੇ ਆਉਂਦੇ ਨੇ। ਇਹ ਸਾਡਾ ਬਹੁਤਾ ਧਿਆਨ ਖਾਣ ਪੀਣ ਵੱਲ ਨਹੀਂ ਜਾਂਦਾ। ਜੋ ਮਿਲ ਜਾਂਦਾ ਹੈ ਸਤ ਬਚਨ ਕਹਿ ਕੇ ਛਕ ਲੈਂਦੇ ਹਾਂ, ਕਿ ਬਹੁਤਾ ਧਿਆਨ ਉਸ ਪਾਸੇ ਨਹੀਂ ਲਾਉਂਦੇ। ਰਹਾਉ ਵਿਸ਼ਰਾਮ ਦੇ ਰਹੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਮਨ ਤਨ ਅਰਪੀ ਸੇਵ ਕਰੀਜੈ। ਜਿਹੜੇ ਇਸ ਸਾਹ ਦੇ ਨਾਲ ਨਾਮ ਦਾ ਵਪਾਰ ਕਰ ਰਹੇ ਨੇ ਸਾਧ ਸੰਗਤ ਜੀ, ਉਹਨਾਂ ਦਾ ਆਪਣਾ ਮਨ ਔਰ ਆਪਣਾ ਤਨ ਸਭ ਕੁਛ ਇਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਹੋ ਜਾਂਦਾ ਹੈ। ਉਹਨਾਂ ਵਾਸਤੇ ਭਲੇ ਹੀ ਘਰ ਦੇ ਵਿੱਚ ਕਿੰਨਾ ਮਰਜ਼ੀ ਇੰਪੋਰਟੈਂਟ ਕੰਮ ਹੋਵੇ, ਕਿਸੇ ਦਾ ਵਿਆਹ, ਕਿਸੇ ਦੀ ਸ਼ਾਦੀ, ਬੱਚੇ ਦਾ ਜਨਮ ਦਿਨ, ਪਰ ਗੁਰੂ ਦੇ ਦਰਸ਼ਨਾਂ ਤੋਂ
ਜੇ ਨਹੀਂ ਰਹਿੰਦੇ, ਗੁਰੂ ਦੇ ਦਰਸ਼ਨ ਕਰਕੇ 5 ਮਿੰਟ ਹਾਜ਼ਰੀ ਭਰ ਕੇ ਕੋ ਸੇਵਾ ਕਰਕੇ, ਜੁੜਿਆਂ ਦੀ, ਭਾਂਡਿਆਂ ਦੀ, ਅੰਮ੍ਰਿਤ ਦੀ, ਝਾੜੂ ਦੀ, ਪੋਚੇ ਦੀ, ਚੌਰ ਸਾਹਿਬ ਦੀ, ਕਿਸੇ ਵੀ, ਉਹ ਆਪਣੀ ਹਾਜ਼ਰੀ ਲਗਾ ਕੇ ਆਪਣੇ ਮਨ ਨੂੰ, ਆਪਣੇ ਤਨ ਨੂੰ, ਆਪਣੇ ਇਸ਼ਟ ਨੂੰ ਸਮਰਪਿਤ ਕਰ ਚੁੱਕੇ ਨੇ। ਉਹਨਾਂ ਵਾਸਤੇ ਕੇਵਲ ਤੇ ਕੇਵਲ ਗੁਰੂ ਸਾਹਿਬ ਜੀ ਹੀ ਸਭ ਕੁਝ ਹੈ। ਔਰ ਇਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਵਾਸਤੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਨੇ, ਮਨ ਤਨ ਅਰਪੀ ਸੇਵ ਕਰੀਜੈ। ਧਿਆਨ ਨਾਲ ਸਮਝਣ ਦੀ ਗੱਲ ਹੈ ਸਾਧ ਸੰਗਤ ਜੀ। ਗੱਲ ਆਰੰਭ ਹੋਈ ਹੈ ਵਿਆਪਾਰ ਤੋਂ ਔਰ ਸਾਹ ਤੋਂ, ਕਿਹੜੇ ਕਿਹੜੇ ਵਿਆਪਾਰੀ ਨੇ, ਔਰ ਗੱਲ ਆ ਰਹੀ ਹੈ ਸੇਵਕ ਦੇ ਉੱਪਰ। ਇਹ ਮਨ ਔਰ ਤਨ ਵਿਆਪਾਰੀਆਂ ਵਾਸਤੇ ਇੰਨਾ ਸੌਖਾ ਨਹੀਂ ਹੋਣਾ, ਪਰ ਜਿਹੜੇ ਸੇਵਕ ਨੇ, ਇੱਕ ਹੁੰਦਾ ਨੌਕਰ, ਇੱਕ ਹੁੰਦਾ ਚਾਕਰ। ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਨਾ, ਹਮ ਚਾਕਰ ਗੋਬਿੰਦ ਕੇ। ਆਮ ਤੌਰ ਤੇ ਦੁਨਿਆਵੀ ਦੁਨੀਆ ਦੇ ਵਿੱਚ ਨੌਕਰ ਨੂੰ ਤਨਖਾਹ ਦੇ ਕੇ, ਭੇਟਾ ਦੇ ਉਹਦੇ ਕੋਲੋਂ ਕੰਮ ਕਰਵਾਏ ਜਾਂਦੇ ਨੇ। ਪਰ ਸਾਧ ਸੰਗਤ ਜੀ, ਚਾਕਰ ਉਹ ਨੇ ਜੋ ਆਪਣੀ ਖੁਸ਼ੀ ਦੇ ਨਾਲ ਆਪਣੇ ਗੁਰੂ ਦੀ ਸੇਵਾ ਵਿੱਚ ਜੁੜੇ ਹੋਏ ਨੇ। ਭਾਵੇਂ ਭੇਟਾ ਮਿਲੇ ਨਾ ਮਿਲੇ, ਭਾਵੇਂ ਸਰੀਰ ਵੱਲ ਹੈ ਜਾਂ ਨਹੀਂ ਹੈ, ਪਰ ਉਹਨਾਂ ਦਾ ਮਨ ਔਰ ਉਹਨਾਂ ਦਾ ਤਨ ਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੈ। ਔਰ ਉਹ ਸੇਵਕ ਕੰਡੀਸ਼ਨਲ ਸੇਵਕ ਨਹੀਂ ਹੁੰਦੇ ਸਾਧ ਸੰਗਤ ਜੀ, ਕਿ ਇਹ ਹੋਏਗਾ ਤਾਂ ਗੁਰੂ ਜੀ ਦੇ ਕੋਲ ਜਾਊਂਗੇ, ਜਾਂ ਪਹਿਲੇ ਮੇਰਾ ਇਹ ਕੰਮ ਹੋ ਜਾਏਗਾ ਫਿਰ ਗੁਰੂ ਸਾਹਿਬ ਦੇ ਕੋਲ ਜਾ ਕੇ ਸੇਵਾ ਕਰਨੀ ਹੈ। ਉਹ ਇੱਕ ਇਸ਼ਾਰੇ ਤੇ ਖੜੇ ਹੋ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ ਔਰ ਲੋਹਗੜ੍ਹ ਕਿਲੇ ਨੂੰ ਮੁਗਲਾਂ ਨੇ ਆ ਕੇ ਹਮਲਾ ਬੋਲਣਾ ਹੈ, ਪਰ ਬੜੇ ਅਨੋਖੇ ਅਨੋਖੇ ਤਰੀਕੇ ਦੇ ਨਾਲ ਹਮਲੇ ਕਰਨ ਦੇ ਵਸੀਲੇ ਲੱਭੇ ਜਾਂਦੇ ਸੀ ਉਸ ਸਮੇਂ ਵੀ, ਅੱਜ ਵੀ। ਤੇ ਉਸ ਸਮੇਂ ਇੱਕ ਬਹੁਤ ਹੀ ਵਿਸ਼ਾਲ ਹਾਥੀ ਲੱਭਿਆ ਗਿਆ। ਉਸ ਹਾਥੀ ਨੂੰ ਨਸ਼ੇ ਵਿੱਚ ਧੁੱਤ ਕੀਤਾ ਗਿਆ। ਉਹਦੇ ਆਲੇ ਦੁਆਲੇ ਸ਼੍ਰੀ ਸਾਹਿਬਾਂ ਤੇ ਹੋਰ ਸ਼ਸਤਰ, ਨੇਜੇ, ਭਾਲੇ, ਵੱਡੀ ਵੱਡੀ ਤਵੀਆਂ ਮੱਥੇ ਤੇ ਬੰਨ੍ਹ ਕੇ, ਤਾਂ ਕਿ ਕੋਈ ਸਿੰਘ ਸਾਹਮਣੇ ਉਸ ਹਾਥੀ ਦਾ ਸ਼ਿਕਾਰ ਨਾ ਕਰ ਸਕੇ। ਔਰ ਮੁਗਲਾਂ ਨੇ ਹਾਥੀ ਤਿਆਰ ਕੀਤਾ, ਪੂਰਾ ਰਜਾਇਆ ਨਸ਼ੇ ਦੇ ਵਿੱਚ। ਸਾਧ ਸੰਗਤ ਜੀ, ਨਸ਼ਾ ਤੇ ਇਨਸਾਨ ਦੀ ਬੁੱਧੀ ਨੂੰ ਖਰਾਬ ਕਰ ਦਿੰਦਾ। ਜਾਨਵਰ ਤੇ ਫਿਰ ਬੇਜ਼ੁਬਾਨ ਨੇ। ਖੂਬ ਸ਼ਰਾਬ ਪਿਲਾਈ ਹੈ। ਹੁਣ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੰਘ ਆਪਸ 'ਚ ਮੀਟਿੰਗ ਕਰ ਰਹੇ ਨੇ। ਮਹਾਰਾਜ ਬਿਰਾਜਮਾਨ ਨੇ ਤੇ ਮਹਾਰਾਜ ਦੇ ਸਿੰਘਾਂ ਦੇ ਵਿੱਚ ਦੁਨੀ ਚੰਦ ਜੀ, ਸਰੀਰ 7 ਫੁੱਟ ਉੱਚਾ, ਲੰਬਾ, ਚੌੜਾ। ਮਹਾਰਾਜ ਦੇ ਸਿੰਘ ਕਹਿੰਦੇ, ਮਹਾਰਾਜ ਮੁਗਲਾਂ ਨੇ ਹਾਥੀ ਨੂੰ ਭੇਜਣਾ ਹੈ। ਮਹਾਰਾਜ ਕਹਿੰਦੇ, ਇਹ 'ਚ ਕਿਹੜੀ ਗੱਲ ਹੈ, ਸਾਡੇ ਕੋਲ ਵੀ ਦੁਨੀ ਚੰਦ ਹੈਗੇ ਆ, ਇਹ ਜਾਣਗੇ। ਅਸੀਂ ਪੰਕਤੀ ਸ਼ਰਵਣ ਕਰ ਰਹੇ ਹਾਂ ਸਾਧ ਸੰਗਤ ਜੀ, ਮਨ ਤਨ ਅਰਪੀ ਸੇਵ ਕਰੀਜੈ। ਅਰਪਣ ਦਾ ਮਤਲਬ ਹੁੰਦਾ ਜੋ ਇੱਕ ਵਾਰੀ ਦੇਤਾ ਉਹ ਦੁਬਾਰਾ ਚੱਕਿਆ ਨਹੀਂ ਜਾਣਾ। ਆਪ ਜੀ ਨੇ ਗੋਲਕ 'ਚ ਮਾਇਆ ਪਾਤੀ, ਉਹ ਦੁਬਾਰਾ ਚੱਕੀ ਨਹੀਂ ਜਾਣੀ। ਅਰਪਤਾ, ਆਪਣੇ ਆਪ ਨੂੰ ਸਮਰਪਿਤ ਕਰਤਾ, ਸਰੈਂਡਰ ਕਰਤਾ। ਸਵੇਰੇ ਹੈ, ਸ਼ਾਮ ਹੈ, ਅਮੀਰੀ ਹੈ, ਗਰੀਬੀ ਹੈ, ਲੇਕਿਨ ਗੁਰੂ ਨੂੰ ਸਮਰਪਿਤ ਕਰਤਾ, ਅਰਪਤਾ ਆਪਣੇ ਆਪ ਨੂੰ। ਦੁਨੀ ਚੰਦ ਜੀ ਨੂੰ ਉਸ ਜੰਗ ਦੇ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅੰਦਰੋਂ ਹੀ ਅੰਦਰੋਂ ਦੁਨੀ ਚੰਦ ਕਹਿ ਰਹੇ ਨੇ, ਇਸਨੇ ਵੱਡੇ ਹਾਥੀ ਦੇ ਨਾਲ ਮੈਂ ਬੰਦਾ ਕਿਸ ਤਰ੍ਹਾਂ ਲੜਾਂਗਾ। ਠੀਕ ਹੈ, ਗੁਰੂ ਸਾਹਿਬ ਨੇ ਮੇਰਾ ਨਾਮ ਲਿਆ ਹੈ, ਪਰ ਅਕਸਰ ਮੈਨੂੰ ਆਪ ਵੀ ਤੇ ਕੁਝ ਸੋਚਣਾ ਆਪਣੇ ਬਾਰੇ। ਰਾਤ
ਹਨੇਰੀ ਰਾਤ ਹੋ ਜਾਂਦੀ, ਅਗਲੇ ਦਿਨ ਸਵੇਰੇ ਖੂਨੀ ਹਾਥੀ ਨੇ ਹਮਲੇ ਕਰਨੇ ਨੇ ਆਨੰਦਪੁਰ ਸਾਹਿਬ ਦੇ ਕਿਲੇ 'ਚ। ਔਰ ਸਵੇਰ ਹੋਣ ਤੋਂ ਪਹਿਲਾਂ ਹੀ ਦੁਨੀ ਚੰਦ ਜੀ, ਦੇਖੋ ਸਾਧ ਸੰਗਤ ਜੀ, ਇਤਿਹਾਸ ਗਵਾਹ ਹੈ ਕਿੰਨੇ ਸਾਲ ਦੁਨੀ ਚੰਦ ਜੀ ਨੇ ਗੁਰੂ ਮਹਾਰਾਜ ਦੀ ਸੇਵਾ ਕੀਤੀ, ਗੁਰੂ ਮਹਾਰਾਜ ਦੀ ਸੰਗਤ ਕੀਤੀ, ਗੁਰੂ ਮਹਾਰਾਜ ਦੇ ਦਰਸ਼ਨ ਕੀਤੇ। ਜਿਸ ਤਰ੍ਹਾਂ ਅਸੀਂ ਦਰਸ਼ਨ, ਮਹਾਰਾਜ ਸਾਨੂੰ ਸਾਰਿਆਂ ਨੂੰ ਦਰਸ਼ਨ ਬਖਸ਼ ਰਹੇ ਨੇ। ਇੰਨੀ ਨੇੜਤਾ ਹੋਣ ਤੋਂ ਬਾਅਦ ਵੀ ਦੁਨੀ ਚੰਦ ਜੀ ਦਾ ਭਰੋਸਾ ਨਹੀਂ ਬਣਿਆ ਔਰ ਉਹ ਰਾਤੋਂ ਰਾਤ ਕਿਲਾ ਛੱਡ ਕੇ ਚਲੇ ਗਏ। ਸਵੇਰ ਅੰਮ੍ਰਿਤ ਵੇਲੇ ਮਹਾਰਾਜ ਦੇ ਦਰਸ਼ਨਾਂ ਨੂੰ ਸੰਗਤ ਇਕੱਠੀ ਹੋਈ। ਮਹਾਰਾਜ ਕਹਿੰਦੇ ਹਾਂਜੀ ਤਿਆਰੀ। ਮਹਾਰਾਜ ਤਿਆਰੀ ਸਾਡੇ ਵੱਲੋਂ ਤੇ ਸਾਰੀ ਹੈਗੀ, ਪਰ ਦੁਨੀ ਚੰਦ ਨਹੀਂ ਲੱਭਦਾ, ਕਿੱਥੇ ਕੀ ਕਰੀਏ? ਦੁਨੀ ਚੰਦ ਲੱਭਦਾ ਨਹੀਂ ਮਹਾਰਾਜ। ਜਾਣੀ ਜਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਪਰਮੇਸ਼ਵਰ ਆਪ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ਼ਮਸ਼ੇਰੇ ਬਹਾਦਰ, ਦਸ਼ਮੇਸ਼ ਪਿਤਾ ਜੀ, ਜਾਣੀ ਜਾਨ ਅੰਤਰਯਾਮੀ ਕਹਿੰਦੇ ਨੇ। ਕਿਲੇ ਦੇ ਪਿਛਲੇ ਵਾਲੇ ਪਾਸੇ ਜਾ ਕੇ ਦੇਖੋ, ਪਿਛਲੇ ਵਾਲੇ ਪਾਸੇ ਜਾ ਕੇ ਦੇਖਦੇ ਨੇ ਤੇ ਦੁਨੀ ਚੰਦ ਸਾਧ ਸੰਗਤ ਜੀ ਰਾਤ ਦੇ ਹਨੇਰੇ ਦੇ ਵਿੱਚ ਛਾਲ ਮਾਰਦਾ ਹੈ। ਜੰਗਲ ਦਾ ਇਲਾਕਾ ਹੈ। ਇਤਿਹਾਸਕਾਰਾਂ ਦੇ ਵੱਖ-ਵੱਖ ਆਉਂਦੇ ਨੇ ਖਿਆਲ ਕਿ ਕੋਈ ਕਹਿੰਦੇ ਨੇ ਦੁਨੀ ਚੰਦ ਨੂੰ ਸੱਪ ਨੇ ਕੱਟ ਲਿਆ, ਕੋਈ ਕਹਿੰਦੇ ਨੇ ਕਿ ਜਦੋਂ ਉਹਨੇ ਛਾਲ ਮਾਰੀ ਤੇ ਉਹਦੇ ਕੋਲੋਂ ਉਹ ਡਿੱਗ ਗਿਆ ਤੇ ਛਾਲ ਮਾਰਦੇ ਮਾਰਦੇ ਉਹ ਪੂਰਾ ਹੋ ਗਿਆ। ਪਰ ਮੁੱਕਦੀ ਗੱਲ ਇਹ ਹੈ ਕਿ ਦੁਨੀ ਚੰਦ ਦੇ ਸਵਾਸ ਸਮਾਪਤ ਹੋ ਗਏ। ਮਹਾਰਾਜ ਨੂੰ ਪਿੱਠ ਦਿਖਾ ਕੇ ਭੱਜਿਆ। ਮਹਾਰਾਜ ਨੇ ਭਰੋਸਾ ਕੀਤਾ। ਜਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪੰਜੋਖੜਾ ਸਾਹਿਬ ਦੀ ਧਰਤੀ ਤੇ ਇੱਕ ਗੂੰਗੇ ਬੋਲੇ ਡੋਰੇ ਜਿਹਨੂੰ ਸੁਣਦਾ ਨਹੀਂ ਸੀ, ਬੋਲਣਾ ਨਹੀਂ ਸੀ ਆਉਂਦਾ, ਸਰੀਰ 'ਚ ਕੋੜ ਹੋਇਆ ਹੋਇਆ ਸੀ, ਸਿਰ ਦੇ ਉੱਪਰ ਹੱਥ ਰੱਖਿਆ ਔਰ ਸਾਰੀ ਗੀਤਾ ਦੇ ਅਰਥ ਕਰਵਾਏ। ਉਸ ਆਸ਼ੀਰਵਾਦ ਨੇ, ਉਸ ਅਸੀਸ ਨੇ, ਉਸ ਬਖਸ਼ਿਸ਼ ਨੇ, ਉਸ ਮਿਹਰ ਨੇ ਗੁਰੂ ਮਹਾਰਾਜ ਨੇ ਤਰਸ ਕੀਤਾ। ਸਾਡੇ ਸਾਰਿਆਂ 'ਤੇ ਵੀ ਤਰਸ ਕਰਨ, ਆਪਣੇ ਵਿਚਾਰ, ਆਪਣੀ ਕਥਾ ਆਪ ਕਰਵਾਉਣ। ਦੁਨੀ ਚੰਦ ਪਿੱਠ ਦਿਖਾ ਕੇ ਦੌੜ ਰਿਹਾ ਹੈ। ਮਹਾਰਾਜ ਦੁਨੀ ਚੰਦ ਨਹੀਂ ਰਿਹਾ। ਮੁਗਲ ਹਾਥੀ ਲੈ ਕੇ ਆ ਰਹੇ ਨੇ, ਹਮਲਾ ਕਰਨਗੇ। ਸਾਡਾ ਬਹੁਤ ਸਾਰਾ ਅਸਲਾ ਪਿਆ ਹੈ, ਕਬਜ਼ਾ ਕਰਕੇ ਨੁਕਸਾਨ ਹੋ ਸਕਦਾ ਹੈ। ਮਹਾਰਾਜ ਆਪ ਜੀ ਦਇਆ ਕਰੋ, ਜਾਣੀ ਜਾਨ ਹੋ, ਕਿਰਪਾ ਕਰੋ। ਗੁਰੂ ਮਹਾਰਾਜ ਨਦਰ ਦੀ ਘਰ ਦੇ ਵਿੱਚ ਆਏ। ਕਿੱਥੇ ਉਹਨਾਂ ਨੇ ਦੁਨੀ ਚੰਦ ਦੇ ਉੱਪਰ ਵਿਸ਼ਵਾਸ ਕਰਕੇ ਉਹਨੂੰ ਭੇਜਣਾ ਚਾਹਿਆ, ਜੋ ਗੁਰੂ ਘਰ ਦਾ ਬਹੁਤ ਹੀ ਹੱਟਾ ਕੱਟਾ ਪਹਿਲਵਾਨ ਕਹਿ ਸਕਦੇ ਹਾਂ ਆਪਾਂ। ਔਰ ਸਾਹਮਣੇ ਫਿਰ ਜਦੋਂ ਦੁਨੀ ਚੰਦ ਦੌੜ ਜਾਂਦਾ ਹੈ, ਸਾਹਮਣੇ ਨਜ਼ਰ ਆਉਂਦਾ ਭਾਈ ਬਚਿੱਤਰ ਸਿੰਘ ਜੀ, ਜਿਨ੍ਹਾਂ ਦਾ ਕੱਦ ਇਤਿਹਾਸ ਦੇ ਵਿੱਚ 4 ਫੁੱਟ 11 ਇੰਚ ਆਇਆ। ਸਾਧ ਸੰਗਤ ਜੀ, ਛੋਟੀ ਕੱਦ ਵਾਲੇ, ਬਹੁਤ ਦੁਬਲਾ ਸਰੀਰ ਉਹਨਾਂ ਦਾ, ਪਤਲੇ ਸਰੀਰਕ ਰੂਪ 'ਚ। ਔਰ ਉਹ ਗੁਰੂ ਦੇ ਵਿੱਚ ਬਹੁਰੂਪੀਏ ਦੇ ਨਾਮ ਤੋਂ ਬੜੇ ਪ੍ਰਚਲਿਤ ਸੀਗੇ ਕਿ ਉਹ ਵੱਖਰੇ ਵੱਖਰੇ ਰੂਪ ਬਣਾ ਕੇ ਮਹਾਰਾਜ ਦੇ ਸਾਹਮਣੇ ਆਇਆ ਕਰਦੇ ਸੀਗੇ ਤੇ ਸੰਗਤ ਨੂੰ ਬਹੁਤ ਪਿਆਰ ਦਿੰਦੇ ਸੀਗੇ। ਮਹਾਰਾਜ ਕਹਿੰਦੇ ਬਚਿੱਤਰ ਸਿਆਂ, ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ ਜੀ ਨੂੰ ਜਿਵੇਂ ਪੂਰੇ ਦੇ ਪੂਰੇ ਆਸਮਾਨ ਦੀ ਬਿਜਲੀ ਉਹਨਾਂ ਦੇ ਅੰਦਰ ਆ ਗਈ ਹੋਵੇ। ਹਾਂਜੀ ਮਹਾਰਾਜ ਕਿਰਪਾ, ਸਮਝ ਗਏ, ਅੱਖਾਂ ਦੇ ਨਾਲ ਹੀ ਸਮਝ ਗਏ। ਹਾਂਜੀ ਮਹਾਰਾਜ। ਸਾਰੇ ਸਿੱਖ ਹੈਰਾਨ ਨੇ, ਆਲੇ ਦੁਆਲੇ ਬੈਠੇ ਹੋਏ। ਮਹਾਰਾਜ ਖੂਨੀ ਹਾਥੀ, ਇਹ ਬਿਲਕੁਲ ਦੁਬਲਾ ਸਰੀਰ, ਛੋਟਾ ਕੱਦ ਕਾਠ, ਘੋੜੇ ਤੇ ਬੈਠੇ ਹੋਏ ਵੀ ਛੋਟੇ ਬੱਚੇ ਲੱਗਦੇ ਆ। ਉਹ ਵੀ ਇਹ ਸਾਰੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਮਨੋ ਮਨ ਸਿੱਖ ਕਰ ਰਹੇ ਨੇ। ਔਰ
भाई बचित्र सिंह जी खड़े खड़े इन्ने खुश ने और इन्नी शक्ति नाल भरे हुए ने, मनो जिस तरह की पूरी धरती उलट जावे, पर बोलन की हिम्मत किसी विच नहीं। क्यों करके गुरु महाराज ने बचन किया, पहली गल। और दूसरी गल, कोई रास्ता भी नहीं हैगा, दुनी चंद जा चुका है। गुरु महाराज नदर दे घर दे विच आउंदे ने, जिस तरह गुरु हरकृष्ण साहब आए सीगे पंजोखड़ा साहिब, आ जाओ भाई बचित्र सिंह जी आ जाओ। भाई बचित्र सिंह जी नेड़े गए। महाराज की तैयारियां पहले ही होंदियां साध संगत जी, स्पैशल महाराज ने खास शस्त्र बनवा के रखे हुए सीगे। नागनी बरछा, एक सीधा बरछा होंदा, एक सप दी शेप दा नागनी बरछा। महाराज कहंदे लियाओ साडा नागनी बरछा। भाई बचित्र सिंह नूं बरछा फड़ाया और पिठ ते थापड़ा दिता। इतिहास कहंदा है साध संगत जी, महापुरुषां दे बचन कहंदे ने, उस समय भाई बचित्र सिंह नूं इस तरह महसूस होया कि एक हाथी ते की कई लख हाथियां दा शिकार वो कल्ले ही कर सकते ने। उस थापड़े दे विच इहो जी एनर्जी, इहो जी इलैक्ट्रिसिटी उन्हां नूं मिली। और जदों गुरु महाराज ने थापड़ा दिता तो गुरु दे सिखां नूं भी पूर्ण भरोसा हो गया कि हुण बनेगी गल, हुण कद काठी शरीर दा दुबलापन हुण सब खत्म, हुण बनेगी गल। और साध संगत जी, इतिहास गवाह है, भाई बचित्र सिंह जी घोड़े ते बैठे ने, किले दे दरवाजे दे सामने ने, पिछों खूनी हाथी नूं लैके जिन्नी भी मुगल फौज सीगी बड़ी खुश सीगी कि ये दुबला पतला ये की करेगा। हाथी ने चीर फाड़ के बराबर कर देना, करके हाथी नशे विच है। उहदे आले दुआले पूरे हाथी दे आले दुआले शस्त्र बन्ने हुए ने, किथे ना किथों तो फट लगेगा, किथे ना किथे तो सट लगेगी। हाथी अपने आप दे विच भी बड़ी पावरफुल एक जानवर है, बहुत शक्तिशाली। सामने खड़े आ साध संगत जी, इतिहास गवाह है। जकारा छड़दे ने भाई बचित्र सिंह, अखां दे विचकार दा हाथी दी दो अखां दे विचकार जिहड़ा मत्था आ वो खाली है, बाकी सब भरिया होया शस्त्रां दे नाल। जकारा छड़दे ने, अपने घोड़े दे घुड़सवारी दे करतब दिखाते हुए इक्को ही वार दे विच, कुछ इतिहासकार कहंदे ने तवियां नूं चीरदा होया और नागनी बरछा हाथी दे मत्थे ते वार करते ने। कुछ इतिहासकार कहंदे ने कि जिहड़ा अखां दे विचकारला खाली हिस्सा थी उहदे विच वार करते ने। पर मुक दी गल, मान दी गल, मान तन अर्पी सेव करीजै, अपनी जान दी परवाह कीते बिना, अपने दुबलेपन दी परवाह कीते बिना एक 4 फुट 11 इंच दे सिंह ने एक खूनी हाथी नूं इक्को ही वार दे विच, पहले ही वार दे विच ढह ढेरी कर दिता सी। जदों सिख गुरु नूं कुछ दिंदा है ना साध संगत जी, गुरु महाराज कुछ नहीं बहुत कुछ वापस मोड़ते ने, बहुत कुछ। और इसी पंक्ति नूं भाई गुरदास जी अपनी पवित्र रसना दे नाल उचारण करते ने। चरण शरण गुर एक पैंडा जाए चल, सतगुर कोट पैंडा आगे होए लेत है। गुरु महाराज असी एक हिस्सा चलते हैं, असी एक हिस्सा अर्पित करते हैं, गुरु महाराज करोड़ गुना किरपा करके साड़ी बांह फड़ के सानू अपने नाल जोड़ दे। हुण महाराज अगे प्रश्न दे रूप दे विच, कवन सो जुगत जित कर भीजै। महाराज सवाल अपने आप नूं कर रहे ने, साडे वास्ते समझा रहे ने कि इहो जी केड़ी जुगती वरची जावे। कवन सो जुगत
जित कर भीजै। किहड़ी इहो जी जुगती, किहड़ा इहो जिहा फॉर्मूला, किहड़ी इहो जी समझ जिहड़ी आ ਉਹ ਵਰਤੀ ਜਾਵੇ ਜਿਹਦੇ ਨਾਲ ਜਿਹੜਾ ਮਨ ਦੇ ਵਿੱਚ ਸਾਹੂਕਾਰ ਬੈਠਾ ਹੈ ਉਹਦੇ ਨਾਲ ਉਹਦੇ ਰੰਗ ਦੇ ਵਿੱਚ ਅਸੀਂ ਵੀ ਭਿੱਜ ਜਾਈਏ, ਅਸੀਂ ਵੀ ਉਹਦੇ ਰੰਗ ਦੇ ਵਿੱਚ ਰੰਗੇ ਜਾਈਏ। ਅੱਗੇ ਜਵਾਬ ਦੇ ਰਹੇ ਨੇ, ਪਾਏ ਲਗੋ ਤਜ ਮੇਰਾ ਤੇਰਾ। ਚਰਨਾਂ ਦੇ ਵਿੱਚ ਢਹਿ ਕੇ ਨਾਨਕ ਗਰੀਬ ਢਹਿ ਪਿਆ ਦੁਆਰੇ, ਮੇਲ ਲਿਹੋ ਵਡਿਆਈ। ਹਰੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਨਾਲ ਮੇਲ ਲਓ। ਜਦੋਂ ਅਸੀਂ ਗਰੀਬ ਬਣ ਕੇ ਨਿਮਰਤਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਨੀਵੇਂ ਤੋਂ ਨੀਵੇਂ ਤੋਂ ਨੀਵੇਂ ਤੋਂ ਨੀਵਾਂ ਬਣ ਕੇ ਨਿਮਰਤਾ ਦੇ ਵਿੱਚ ਆ ਕੇ ਪਿਆਰ ਦੇ ਵਿੱਚ ਆ ਕੇ ਮੇਰਾ ਔਰ ਤੇਰਾ ਤਿਆਗਣ ਦੀ ਕੋਸ਼ਿਸ਼ ਕਰਦੇ ਹਾਂ, ਤਿਆਗ ਦਿੰਦੇ ਆ। ਪਾਏ ਲਗੋ ਤਜ ਮੇਰਾ ਤੇਰਾ, ਪੈਰਾਂ ਦੇ ਵਿੱਚ ਆ ਕੇ ਢਹਿ ਪਈਏ ਔਰ ਤਜ ਜਾਈਏ, ਤਿਆਗ ਦਈਏ ਮੇਰਾ ਔਰ ਤੇਰਾ। ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਦੇ ਜੀਵਨ ਦੇ ਵਿੱਚ ਇੱਕ ਛੋਟਾ ਜਿਹਾ ਵਾਕਿਆ, ਇਹ ਮੇਰਾ ਤੇਰਾ ਤਿਆਗਣ ਵਾਲੀ ਗੱਲ ਨੂੰ ਲੈ ਕੇ ਭਗਤ ਜੀ ਬੈਠੇ ਹੋਏ ਨੇ। ਕੁਝ ਸਰੀਰ ਆ ਕੇ ਕਹਿੰਦੇ ਨੇ, ਭਗਤ ਜੀ ਤੁਹਾਡੇ ਘਰ ਨੂੰ ਅੱਗ ਲੱਗ ਗਈ ਆ। ਭਗਤ ਰਵਿਦਾਸ ਜੀ ਕਹਿੰਦੇ ਨੇ ਭਈ ਜਿਹਨੇ ਮਕਾਨ ਦਿੱਤਾ ਸੀ ਉਹਨੇ ਲੈ ਲਿਆ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੀ ਸੰਗਤ ਪਿਆਰ ਵਾਲੀ ਹੁੰਦੀ ਹੈ, ਨਹੀਂ ਮਹਾਰਾਜ ਆਪ ਜੀ ਚਲੋ, ਆਪ ਜੀ ਦਾ ਬਹੁਤ ਸਮਾਨ ਅੰਦਰ ਹੋਣਾ ਹੈ। ਸੰਗਤ ਦੀ ਗੱਲ ਸੁਣ ਕੇ ਭਗਤ ਜੀ ਚੱਲਦੇ ਨੇ, ਜਾਉਂਦੇ ਨੇ ਆਪਣੇ ਘਰ ਨੂੰ ਦੇਖ ਕੇ। ਕੋਈ ਸੰਗਤ ਦਾ ਪ੍ਰੇਮੀ ਕੋਈ ਸਮਾਨ ਬਚਾਉਂਦਾ ਹੋਇਆ ਅੱਗ ਤੋਂ ਬਚਾ ਕੇ ਘਰੋਂ ਬਾਹਰ ਲੈ ਕੇ ਆ ਰਿਹਾ, ਕੋਈ ਸਮਾਨ ਕਿਸੇ ਨੇ ਲਿਆ ਕੇ ਰੱਖਤਾ ਹੈ। ਜਦੋਂ ਭਗਤ ਜੀ ਦੇਖਦੇ ਨੇ ਕਿ ਸਾਰਾ ਮਕਾਨ ਸੜ ਕੇ ਸਵਾਹ ਹੋ ਹੀ ਰਿਹਾ ਹੈ, ਤੇ ਉਹ ਆਪ ਜਿਹੜਾ ਸਮਾਨ ਪਿਆ ਉਹ ਸਾਰਾ ਬਾਹਰ ਚੱਕਿਆ ਹੋਇਆ ਉਹ ਵਾਪਿਸ ਅੱਗ 'ਚ ਪਾਈ ਜਾਂਦੇ ਨੇ। ਕਹਿੰਦੇ ਜਦੋਂ ਮਕਾਨ ਹੀ ਨਹੀਂ ਰਿਹਾ ਤੇ ਸਮਾਨ ਦਾ ਕੀ ਕਰਨਾ। ਸੰਗਤ ਖੜੀ ਬੜੀ ਹੈਰਾਨ ਹੈ, ਪਰ ਸਾਧੂ ਮਹਾਪੁਰਸ਼ਾਂ ਦੇ ਬਚਨਾਂ ਨੂੰ ਮੋੜ ਨਹੀਂ ਸਕਦੇ। ਭਗਤ ਰਵਿਦਾਸ ਜੀ ਦੀ ਆਪਣੀ ਬੰਦਗੀ ਕਮਾਈ ਅਵਤਾਰ ਸਰੂਪ ਅਸੀਂ ਰੋਜ਼ਾਨਾ ਸਾਰੇ ਭਗਤ ਰਵਿਦਾਸ ਜੀ ਨੂੰ ਨਤਮਸਤਕ ਹੁੰਦੇ ਆ, ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ। ਰਾਤ ਹੋ ਜਾਂਦੀ ਹੈ, ਹੁਣ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ, ਘਰ ਦੇ ਬਾਹਰ ਹੀ ਆਰਾਮ ਕਰਦੇ ਨੇ। ਕੁਛ ਦੇਰ ਤੱਕ ਸੰਗਤ ਵਿਚਾਰ ਕਰਦੀ ਰਹਿੰਦੀ ਹੈ, ਚਲੋ ਅਸੀਂ ਮਕਾਨ ਨਵਾਂ ਬਣਾ ਦੂੰਗੇ, ਅਸੀਂ ਕੋਈ ਹੋਰ ਥਾਂ ਲੈ ਲੈਂਦੇ ਹਾਂ, ਖਬਰੇ ਥਾਂ ਹੀ ਚੰਗੀ ਨਹੀਂ ਹੈਗੀ। ਜਿਸ ਤਰ੍ਹਾਂ ਦੇ ਪੇਂਡੂ ਖਿਆਲ ਪੁਰਾਣੇ 14ਵੀਂ ਸਦੀ ਦੀ ਇਹ ਗੱਲ ਹੈ ਸਾਧ ਸੰਗਤ ਜੀ। ਅਗਲੇ ਦਿਨ ਭਗਤ ਰਵਿਦਾਸ ਜੀ ਆਪਣੇ ਮਨ ਦੇ ਨਾਲ ਕੋਈ ਉਹਨਾਂ ਦਾ ਮੁਟਾਵ ਨਹੀਂ, ਪਰਮੇਸ਼ਵਰ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਉਹ ਇੱਕੋ ਹੀ ਗੱਲ ਕਹਿ ਰਹੇ ਨੇ, ਤੇਰਾ ਸੀਗਾ, ਤੁਸੀਂ ਦਿੱਤਾ, ਤੁਸੀਂ ਲੈ ਲਿਆ, ਤੁਹਾਡੇ ਚਰਨਾਂ ਦੀ ਪ੍ਰੀਤੀ ਮਿਲਦੀ ਰਵੇ, ਇਹੋ ਜਨਮ ਤੁਮਹਾਰੇ ਲੇਖੇ। ਅਸੀਂ ਆਪਣਾ ਜਨਮ ਤੁਮਹਾਰੇ ਨਾਲ ਤੁਹਾਡੇ ਲੇਖੇ ਲਾ ਦਿੱਤਾ ਹੈ। ਔਰ ਸਾਧ ਸੰਗਤ ਜੀ, ਇਤਿਹਾਸ ਦੇ ਪੰਨੇ ਗਵਾਹੀ ਦਿੰਦੇ ਨੇ, ਅਗਲੇ ਹੀ ਦਿਨ ਸਵੇਰ ਨੂੰ, ਅਗਲੇ ਹੀ ਦਿਨ, ਜਿਸ ਤਰ੍ਹਾਂ ਆਪਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਨਮ ਸਾਖੀਆਂ ਦੇ ਵਿੱਚੋਂ ਕਈ ਵਾਰ ਸ਼ਰਵਣ ਕੀਤਾ ਹੋਣਾ ਕਿ ਗੁਰੂ ਮਹਾਰਾਜ ਆਪਣੀ ਭਗਤੀ ਦੇ ਵਿੱਚ, ਆਪਣੀ ਬੰਦਗੀ ਦੇ ਵਿੱਚ ਲਿਵ ਜੋੜ ਕੇ ਬੈਠੇ ਹੁੰਦੇ ਸੀ। ਖੇਤਾਂ ਵਿੱਚ ਜਾ ਕੇ ਮਹਾਰਾਜ ਨੂੰ ਕੋਈ ਬਹੁਤਾ ਲਗਾਵ ਨਹੀਂ ਸੀ। ਆਪਣੀ ਭਜਨ, ਆਪਣੀ ਬੰਦਗੀ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਵਿੱਚ ਇੱਕਮਿਕ ਹੋ ਕੇ ਵਾਹਿਗੁਰੂ 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 ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਸਾਨੂੰ ਸਿਖਾਉਣ ਵਾਸਤੇ। ਔਰ ਪਿੱਛੇ ਜਦੋਂ ਜਾਨਵਰ ਆ ਕੇ ਖੇਤ ਖਾ ਜਾਂਦੇ ਸੀਗੇ
ਤੇ ਖੇਤ ਦੇ ਮਾਲਿਕ ਸ਼ਿਕਾਇਤ ਕਰਿਆ ਕਰਦੇ ਸੀਗੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੂੰ ਕਿ ਵੀ ਤੁਸੀਂ ਭੇਜ ਦਿਓ, ਲੇਕਿਨ ਇਹਨਾਂ ਦਾ ਧਿਆਨ ਨਹੀਂ ਹੁੰਦਾ, ਜੰਗਲੀ ਜਾਨਵਰ ਆ ਕੇ ਖੇਤ ਖਾ ਜਾਂਦੇ ਨੇ, ਖਰਾਬ ਕਰਦੇ ਨੇ ਫਸਲ ਨੂੰ, ਤੁਸੀਂ ਇਹਨਾਂ ਨੂੰ ਸਮਝਾਓ। ਇੱਕ ਵਾਰ ਨਹੀਂ ਕਈ ਵਾਰ ਇਸ ਤਰ੍ਹਾਂ ਹੋਇਆ। ਔਰ ਹਰੇਕ ਵਾਰੀ ਜਦੋਂ ਗੁਰੂ ਮਹਾਰਾਜ ਨੂੰ ਪੁੱਛਿਆ ਗਿਆ, ਉਹ ਕਹਿੰਦੇ ਮੈਂ ਤੇ ਸਿਰਫ ਜੋ ਕਿਰਤ ਮੈਨੂੰ ਦਿੱਤੀ ਗਈ ਹੈ ਮੈਂ ਉਹੀ ਕਰਦਾ ਆ, ਜੇ ਕਿਸੇ ਨੂੰ ਨਹੀਂ ਭਰੋਸਾ ਤੇ ਆ ਜਾਓ ਖੇਤ ਦੇਖ ਲਓ। ਜਦੋਂ ਖੇਤ ਦੇਖਣ ਜਾਇਆ ਕਰਨ, ਖੇਤ ਇਉਂ ਹਰੇ ਭਰੇ 9/9, ਸਾਰੀ ਦੀ ਸਾਰੀ ਫਸਲ ਖੜੀ ਹੋਈ ਲਹਿਰਾ ਰਹੀ ਹੈ। ਪ੍ਰਭ ਨੇਰ ਹੂ ਤੇ ਨੇਰਾ, ਜੇ ਅਸੀਂ ਇੱਕ ਕਦਮ ਉਹਨਾਂ ਵੱਲ ਚੱਲ ਰਹੇ ਹਾਂ ਤੇ ਉਹ ਵੀ ਕੋਈ ਕਸਰ ਨਹੀਂ ਛੱਡ ਰਹੇ। ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਆਪਣੀ ਬੰਦਗੀ ਭਗਤੀ ਦੇ ਵਿੱਚ ਲੀਨ ਨੇ। ਸੰਗਤਾਂ ਸਵੇਰੇ ਆਈਆਂ, ਚਲੋ ਦੇਖੀਏ ਕੋਈ ਸਮਾਨ ਬਚਿਆ, ਕੋਈ ਸਮਾਨ ਨਹੀਂ ਬਚਿਆ। ਅੱਗ ਇੰਨੀ ਭਾਰੀ ਸੀਗੀ, ਪਤਾ ਹੀ ਨਹੀਂ ਕਦੋਂ ਬੁਝੇਗੀ। ਅੱਗ ਆਪਣੇ ਆਪ ਬੁਝੀ, ਕਿਸੇ ਨੇ ਪਾਣੀ ਨਹੀਂ ਪਾਇਆ, ਕਿਉਂਕਿ ਭਗਤ ਰਵਿਦਾਸ ਜੀ ਨੇ ਮਨਾ ਕਰਤਾ ਸੀ, ਕਹਿੰਦੇ ਜੋ ਹੋ ਰਿਹਾ ਹੋ ਲੈਣ ਦਿਓ। ਅਗਲੇ ਦਿਨ ਜਦੋਂ ਆਉਂਦੇ ਨੇ, ਪਿਛਲੇ ਘਰ ਨਾਲੋਂ ਵੀ ਸੋਹਣਾ ਸੁਨੱਖਾ ਪੱਕਾ ਘਰ ਸਾਹਮਣੇ ਖੜਾ ਮੌਜੂਦ ਹੈ। ਜਿੰਨਾ ਸਾਮਾਨ ਖਰਾਬ ਹੋਇਆ ਸੀਗਾ ਸਾਰਾ ਸਾਮਾਨ ਅੰਦਰ ਮੌਜੂਦ ਹੈ। ਭਗਤ ਰਵਿਦਾਸ ਜੀ ਆਪਣੀ ਬੰਦਗੀ ਵਿੱਚ ਲੀਨ ਨੇ। ਸਾਰੀਆਂ ਸੰਗਤਾਂ ਹੈਰਾਨ ਪਰੇਸ਼ਾਨ ਨੇ ਕਿ ਇਹ ਹੋਇਆ ਕਿਸ ਤਰ੍ਹਾਂ, ਇਹ ਹੋਇਆ ਕਿਸ ਤਰ੍ਹਾਂ, ਇਹ ਹੋਇਆ ਕਿਸ ਤਰ੍ਹਾਂ। ਸੋ ਸਾਧ ਸੰਗਤ ਜੀ, ਜਦੋਂ ਅਸੀਂ ਚਰਨਾਂ ਦੇ ਵਿੱਚ ਡਿੱਗਦੇ ਹਾਂ ਉਸ ਸਮੇਂ ਮੇਰ ਤੇਰ ਖਤਮ ਹੋ ਜਾਂਦੀ ਹੈ। ਉਸ ਸਮੇਂ ਕੇਵਲ ਤੇ ਕੇਵਲ ਤੂੰ ਹੀ 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 ਤੂੰ ਹੀ। ਕਵਨ ਸੋ ਜਨ ਜੋ ਸੌਦਾ ਜੋਰੈ। ਫਿਰ ਸਵਾਲ ਕਰ ਰਹੇ ਨੇ ਕਿਹੋ ਜਿਹੇ ਨੇ ਇਹੋ ਜਿਹੇ ਜਨ, ਇਹੋ ਜਿਹੇ ਭਗਤ, ਇਹੋ ਜਿਹੇ ਪ੍ਰਾਣੀ ਜੋ ਇਸ ਸੌਦੇ ਨੂੰ ਜੋੜਨ, ਜੋ ਇਸ ਸੌਦੇ ਨੂੰ ਖਰੀਦਣ। ਕਿਹੜਾ ਸੌਦਾ? ਨਾਮ ਦਾ ਸੌਦਾ। ਕਿਹੜਾ ਸੌਦਾ? ਪਰਮੇਸ਼ਵਰ ਦੀ ਭਗਤੀ ਦਾ, ਪ੍ਰੇਮਾ ਭਗਤੀ ਦਾ ਸੌਦਾ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਅੱਜ ਕਹਿਣ ਨੂੰ ਤੇ ਅਸੀਂ ਗੁਰੂ ਮਹਾਰਾਜ ਦੇ ਸਿੱਖ ਹਾਂ, ਪਰ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਸਾਡੇ ਹਿਰਦਿਆਂ ਦੇ ਵਿੱਚ ਕਿੰਨਾ ਪ੍ਰੇਮ ਹੈਗਾ। ਜਦੋਂ ਸੜਕਾਂ 'ਤੇ ਤੁਰਦੇ ਹਾਂ, ਏਅਰ ਕੰਡੀਸ਼ਨ ਗੱਡੀਆਂ 'ਚ ਬੈਠੇ ਬੈਠੇ ਵਿਚਾਰਾ ਗਰਮੀ ਦੇ ਵਿੱਚ ਰਿਕਸ਼ੇ ਵਾਲਾ ਰਿਕਸ਼ਾ ਚਲਾ ਰਿਹਾ, ਉਹਨੂੰ ਕਰਮਾਂ ਦੀ ਮਾਰ ਪਹਿਲੇ ਹੀ ਮਾਰ ਰਹੀ ਹੈ, ਪਰ ਸਾਨੂੰ ਇੰਨਾ ਨਹੀਂ ਸਹਿਜ ਕਿ ਅਸੀਂ ਹੌਰਨ ਮਾਰ ਮਾਰ ਕੇ, ਹੌਰਨ ਮਾਰ ਮਾਰ ਕੇ ਉਹਨੂੰ ਹੋਰ ਪਰੇਸ਼ਾਨ ਜਾ ਕਰ ਦਿੰਦੇ ਆ। ਉਸ ਵਿੱਚ ਬੈਠਾ ਹੋਇਆ ਪਰਮੇਸ਼ਵਰ ਸਾਨੂੰ ਨਜ਼ਰ ਨਹੀਂ ਆਉਂਦਾ। ਉਹਦੇ ਵਿੱਚੋਂ ਮਿਹਨਤ ਕਰਦਾ ਹੋਇਆ ਇੱਕ ਗਰੀਬ ਮਨੁੱਖ ਜੋ ਕਿ ਪਰਮੇਸ਼ਵਰ ਨੇ ਬਣਾਇਆ ਸਾਨੂੰ ਨਜ਼ਰ ਨਹੀਂ ਆਉਂਦਾ। ਅੱਜ ਲੋੜ ਹੈ ਸਾਧ ਸੰਗਤ ਜੀ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਘਰ ਦੇ ਵਿੱਚ ਲੈ ਕੇ ਜਾਣ ਦੀ। ਲੰਗਰਾਂ ਦੀ ਸੇਵਾ, ਜੋੜਿਆਂ ਦੀ ਸੇਵਾ ਕਰਦੇ 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 ਨਾ ਜਾਣੇ ਦੇ ਵਿੱਚ ਅਸੀਂ ਸੂਖਮ ਹੰਕਾਰ ਦੇ ਵਿੱਚ ਜਾ ਕੇ ਕੁਛ ਬਦਸਲੂਕੀਆਂ ਕਰ ਜਾਂਦੇ ਹਾਂ। ਕੋਈ ਗਰੀਬ ਆਇਆ 2 ਪ੍ਰਸ਼ਾਦੇ ਲੈਣ ਵਾਸਤੇ, ਕੀ ਉਹਦੀ ਮਜਬੂਰੀ ਰਹੇਗੀ ਜੇ ਉਹ 2 ਪ੍ਰਸ਼ਾਦੇ ਆਪਣੇ ਘਰ ਨੂੰ ਲੈ ਕੇ ਜਾ ਰਹੇ ਆ, ਦਾਲ ਘਰ ਨੂੰ ਲੈ ਕੇ ਜਾ ਰਹੇ ਆ। ਲੰਗਰ ਗੁਰੂ ਸਾਹਿਬ ਜੀ ਦਾ, ਮਾਇਆ ਸਾਰੀ ਸੰਗਤ ਦੀ। ਔਰ ਅਸੀਂ ਜਦੋਂ 15-20 ਮਿੰਟਾਂ ਵਾਸਤੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਮਾਲਕ ਸਮਝ ਲੱਗਦੇ ਹਾਂ ਕਿ ਬਾਲਟੀ ਦਾਲ ਦੀ ਸਾਡੇ ਹੱਥ ਵਿੱਚ ਹੈਗੀ ਆ। ਜਿਹਨੂੰ ਜੀ ਕਰੇਗਾ ਉਹਨੂੰ ਦਿਓਗੇ, ਜਿਹਨੂੰ ਨਹੀਂ ਜੀ ਕਰੇਗਾ ਉਹਨੂੰ ਨਹੀਂ ਦਿਓਗੇ। ਸਾਧ ਸੰਗਤ ਜੀ, ਗੁਰੂ ਦੇ ਸਿੱਖ ਦੀ ਨਿਮਰਤਾ ਕਰਕੇ ਹੀ ਅੱਜ ਦੁਨੀਆ ਗੁਰੂ ਦੇ ਸਿੱਖਾਂ ਦੇ ਚਰਨਾਂ ਦੇ ਵਿੱਚ ਸਿਰ ਝੁਕਾਉਂਦੀ ਹੈ। ਗੁਰੂ ਮਹਾਰਾਜ ਆਪ ਕਿਰਪਾ ਕਰਕੇ ਦੱਸ ਰਹੇ ਨੇ ਕਿ ਇਹ ਸੌਦਾ ਬਹੁਤ ਕੀਮਤੀ ਹੈ। ਇਸ ਸੌਦੇ ਦੀ ਰੱਖ ਰਖਾਵ ਵੀ ਉਨੀ ਕੀਮਤੀ ਹੈ। ਆਮ ਲੋਕਾਂ ਨੂੰ ਨਹੀਂ ਲੋੜ ਕੋਈ ਬਹੁਤੀ ਜ਼ਿਆਦਾ ਸੋਚਣ ਦੀ ਕਿ ਅਸੀਂ ਨਿਮਰਤਾ ਦੇ ਵਿੱਚ ਰਹਿਣਾ ਹੈ, ਕਰਕੇ ਉਹਨਾਂ ਦੇ ਕੋਲੋਂ ਸਿੱਖਿਆ ਹੈ ਨਹੀਂ, ਉਹ ਅਲੱਗ ਗੱਲ ਹੈ। ਸਾਨੂੰ ਗੁਰੂ ਸਾਹਿਬ ਖਾਸ ਤੌਰ ਤੇ ਕਹਿ ਰਹੇ ਨੇ, ਨਿਵੈ ਸੋ ਗੌਰਾ ਹੋਏ, ਨਿਵ ਕੇ ਹੀ ਮਾਣ ਪ੍ਰਾਪਤ ਹੋਣਾ।
मिठ बोलड़ा जी हर सज्जन स्वामी मोरा। हाँ सम्मल थकी जी ਉਹ ਕਦੇ ਨਾ ਬੋਲੇ ਕੌੜਾ। ਭਾਵੇਂ ਜੋ ਮਰਜ਼ੀ ਸਿਚੁਏਸ਼ਨ ਹੋਵੇ, ਗੁਰੂ ਦਾ ਸਿੱਖ ਕੌੜਾ ਬੋਲ ਹੀ ਨਹੀਂ ਸਕਦਾ, ਕਰਕੇ ਗੁਰੂ ਆਪ ਇੰਨਾ ਮਿੱਠਾ ਹੈ, ਤੇ ਜੇ ਸਿੱਖ ਗੁਰੂ ਦਾ ਹੋਵੇ ਤੇ ਫਿਰ ਕੌੜਾ ਬੋਲ ਹੀ ਨਹੀਂ ਸਕਦਾ। ਅੱਜ ਲੋੜ ਹੈ ਆਪਣੇ ਆਪ ਨੂੰ ਸਮਝਾਉਣ ਦੀ। ਮਹਿਲ ਸਾਹਾ ਕਾ ਕਿਨ ਬਿਧ ਪਾਵੈ। ਇਸ ਸਾਹ ਦਾ ਮਹਿਲ ਕਿਸ ਤਰ੍ਹਾਂ ਪਾਇਆ ਜਾਵੇ, ਉਹ ਸੱਚਖੰਡ ਦੇ ਵਿੱਚ ਕਿਸ ਤਰ੍ਹਾਂ ਐਂਟਰੀ ਲਈ ਜਾਵੇ, ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਪੱਕੇ ਤੌਰ ਤੇ ਕਿਸ ਤਰ੍ਹਾਂ ਰਿਸ਼ਤਾ ਜੋੜਿਆ ਜਾਵੇ ਔਰ ਉਹ ਰਿਸ਼ਤਾ ਨਿਭ ਜਾਵੇ, ਅਖੀਰਲੇ ਸਮੇਂ ਤੱਕ ਦੁਨੀ ਚੰਦ ਵਾਂਗੂ ਪਿੱਠ ਨਾ ਦਿਖਾ ਕੇ ਦੌੜਨਾ ਪਵੇ, ਪਿੱਠ ਦੇ ਵਿੱਚ ਛੁਰੀ ਨਾ ਮਾਰਨੀ ਪਵੇ। ਕਵਨ ਸੁਬਿਧ ਜਿਤ ਭੀਤਰ ਬੁਲਾਵੈ। ਇਹੋ ਜੀ ਕਿਹੜੀ ਵਿਧੀ, ਇਹੋ ਜਿਹਾ ਕਿਹੜਾ ਗਿਆਨ ਵਰਤੀਏ, ਇਹੋ ਜਿਹਾ ਕਿਹੜਾ ਫਾਰਮੂਲਾ ਵਰਤੀਏ ਕਿ ਉਸ ਘਰ ਦੇ ਵਿੱਚ ਅਸੀਂ ਵੀ ਚਲੇ ਜਾਈਏ, ਸਾਨੂੰ ਵੀ ਬੁਲਾਇਆ ਜਾਵੇ। ਕਿਹੜਾ ਘਰ ਸਾਧ ਸੰਗਤ ਜੀ? ਸਾਡਾ ਆਪਣਾ ਮਨ ਦਾ ਮਹਿਲ, ਅੰਦਰ ਦੀ ਮੈਲ ਸਾਨੂੰ ਨਜ਼ਰ ਆਣੀ ਸ਼ੁਰੂ ਹੋ ਜਾਵੇ। ਅਸੀਂ ਰਾਤ ਨੂੰ ਸੌਣ ਤੋਂ ਪਹਿਲੇ ਦੇਖੀਏ ਕਿੰਨਿਆਂ ਦਾ ਦਿਲ ਦੁਖਾਇਆ ਗਿਆ, ਕਿੰਨਿਆਂ ਨੂੰ ਗਾਲਾਂ ਕੱਢੀਆਂ ਗਈਆਂ, ਕਿੰਨਿਆਂ ਦੇ ਨਾਲ ਪੈਸੇ ਦੀ ਠੱਗੀ ਕੀਤੀ ਗਈ, ਕਿੰਨਿਆਂ ਦੀ ਨਿੰਦਿਆ ਕੀਤੀ ਗਈ, ਚੁਗਲੀ ਕੀਤੀ ਗਈ, ਕਿੰਨੇ ਗੁਰੂ ਘਰਾਂ ਦੇ ਵਜ਼ੀਰਾਂ ਦਾ ਅਸੀਂ ਸਨਮਾਨ ਨਹੀਂ ਕੀਤਾ, ਸਗੋਂ ਉਹਨਾਂ ਨੂੰ ਤੂੰ ਤੜਾ ਕਰਕੇ ਗੱਲ ਕੀਤੀ। ਗੁਰੂ ਦੇ ਵਜ਼ੀਰ ਗੁਰੂ ਘਰ ਦੇ ਵਿੱਚ 24 ਘੰਟੇ ਸੇਵਾ ਕਰਦੇ ਨੇ ਸਾਧ ਸੰਗਤ ਜੀ। ਇਹ ਮਸਤਕ ਦੇ ਲੇਖਿਆਂ ਤੋਂ ਬਿਨਾਂ ਗੁਰੂ ਦੀ ਸੇਵਾ ਨਸੀਬ ਨਹੀਂ ਹੁੰਦੀ। ਸਾਡੇ ਸਾਰਿਆਂ ਦੇ ਕਾਰੋਬਾਰ ਨੇ, ਕਾਰ ਵਿਹਾਰ ਨੇ, ਕੰਮਕਾਜ ਕਰ ਰਹੇ ਆ, ਇਹ ਗੁਰੂ ਘਰ ਦੇ ਵਜ਼ੀਰ, ਗੁਰੂ ਸਾਹਿਬ ਜੀ ਦੇ ਨਿਕਟਵਰਤੀ ਵਜ਼ੀਰ, ਇਹਨਾਂ ਦੀ ਕਿਰਤ, ਇਹਨਾਂ ਦਾ 24 ਘੰਟੇ ਕੇਵਲ ਤੇ ਕੇਵਲ ਆਪਣੇ ਗੁਰੂ ਨਾਲ ਜੁੜਿਆ ਹੋਇਆ। ਬਹੁਤ ਵੱਡੇ ਕਰਮ ਨੇ। ਕਿਹੜਾ ਕੰਮ ਕੀਤਾ ਜਾਵੇ ਕਿ ਸਾਨੂੰ ਉਸ ਘਰ ਦੀ ਚਾਬੀ ਮਿਲੇ, ਪਰਮੇਸ਼ਵਰ ਆਪ ਕਵੇ ਕਿ ਇਹ ਹੈ ਮੇਰਾ ਗੁਰਸਿੱਖ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ, ਅੱਗੇ ਜਵਾਬ ਦੇ ਰਹੇ ਨੇ, ਤੂੰ ਵਡ ਸਾਹ ਜਾ ਕੇ ਕੋਟ ਵਣ ਜਾਰੇ। ਦੇਖੋ ਉੱਪਰ ਸਵਾਲ ਕੀਤਾ ਸੀ ਮਹਾਰਾਜ ਨੇ ਇਸੀ ਸ਼ਬਦ ਦੇ ਵਿੱਚ ਕਿ ਇਸ ਭੀਤਰ ਸੁਨੀਅਤ ਸਾਹੋ ਕਵਨ ਬਾਪਾਰੀ ਜਾ ਕਾ ਊਹਾ ਵਿਸਾਹੋ। ਕੌਣ ਨੇ ਇਹੋ ਜਿਹੇ ਬਾਪਾਰੀ? ਹੁਣ ਉਸੀ ਸਵਾਲ ਦਾ ਜਵਾਬ ਆਪ ਦੇ ਰਹੇ ਨੇ। ਤੂੰ ਸਭ ਤੋਂ ਵੱਡਾ ਸਾਹ ਹੈ ਮਹਾਰਾਜ, ਤੇਰੇ ਤੋਂ ਵੱਡਾ ਕੋਈ ਬਿਜ਼ਨਸਮੈਨ, ਤੇਰੇ ਤੋਂ ਵੱਡਾ ਕੋਈ ਬੈਂਕ ਹੈ ਹੀ ਨਹੀਂ, ਔਰ ਤੇਰੇ ਕੋਟ ਵਣਜਾਰੇ, ਤੇਰੇ ਕਰੋੜ ਤੇਰੇ ਕੰਮ ਕਰਨ ਵਾਲੇ, ਤੇਰੀ ਵਣਜ ਕਰਨ ਵਾਲੇ, ਤੇਰਾ ਬਿਜ਼ਨਸ ਕਰਨ ਵਾਲੇ ਹੈਗੇ ਆ। ਆਪ ਜੀ ਵੱਡੇ, ਆਪ ਜੀ ਦੀਆਂ ਦਾਤਾਂ ਵੀ ਵੱਡੀਆਂ, ਆਪ ਜੀਆਂ ਦੀ ਦਾਤਾਂ ਲੈਣ ਵਾਲੇ ਵੀ ਬੇਅੰਤ। ਇਹ ਸਭ ਕੁਝ ਕੀ ਸ਼ੋਅ ਕਰਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਵੱਡੇ ਤੋਂ ਵੱਡਾ, ਵੱਡੇ ਤੋਂ ਵੱਡਾ, ਬੇਅੰਤ, ਬੇਸ਼ੁਮਾਰ, ਅਥਾਹ, ਉਹਦੀ ਕੋਈ ਲਿਮਿਟ ਹੀ ਨਹੀਂ ਹੈ, ਇਨਫਾਈਨਾਈਟ। ਕਵਨ ਸੁਦਾਤਾ ਲੈ ਸੰਚਾਰੇ। ਗੁਰੂ ਮਹਾਰਾਜ ਆਪਣੇ ਆਪ ਨੂੰ ਨਿਮਰਤਾ ਦੇ ਘਰ ਦੇ ਵਿੱਚ ਲਿਆ ਕੇ ਫਿਰ ਬਚਨ ਕਰਦੇ ਨੇ ਕਿ ਕਿਸ ਤਰੀਕੇ ਨਾਲ ਸੰਚਾਰ ਕੀਤਾ ਜਾਵੇ ਉਸ ਦਾਤੇ ਦੇ ਨਾਲ, ਉਸ ਪਰਮੇਸ਼ਵਰ ਦੇ ਨਾਲ। ਕਵਨ ਸੁਦਾਤਾ ਲੈ ਸੰਚਾਰੇ, ਕਿਸ ਤਰੀਕੇ ਦੀ ਗੱਲ ਕਰੀਏ ਜੋ ਤੁਹਾਨੂੰ ਸੁਣਾਈ ਦੇ ਜਾਵੇ, ਕਿਸ ਤਰੀਕੇ ਦੀ ਵਾਰਤਾਲਾਪ ਕਰੀਏ, ਕਿਹੜਾ ਟੈਲੀਫੋਨ ਵਰਤੀਏ, ਕਿਹੜੀ ਭਾਸ਼ਾ ਵਰਤੀਏ ਮਹਾਰਾਜ, ਜੋ ਆਪ ਜੀ ਦੇ ਬਣ ਜਾਈਏ। ਖੋਜਤ ਖੋਜਤ ਨਿਜ ਘਰ ਪਾਇਆ। ਬੜਾ ਹੀ ਸਿੰਪਲ ਸੌਖਾ ਜਵਾਬ ਦੇ ਰਹੇ ਨੇ ਸਾਧ ਸੰਗਤ ਜੀ, ਇੱਕ ਸਾਡੇ ਸਾਰਿਆਂ ਵਾਸਤੇ ਜੀਵਨ ਜਾਂਚ ਦੇ ਰਹੇ ਨੇ। ਖੋਜਤ ਖੋਜਤ ਨਿਜ ਘਰ ਪਾਇਆ। ਆਪਣੇ ਆਪ ਨੂੰ ਖੋਜਦੇ ਜਾਈਏ। ਖੋਜਣ ਦਾ ਮੀਨਿੰਗ ਹੋਰ ਕੋਈ ਬਹੁਤੀ ਰਿਸਰਚ ਨਹੀਂ ਕਰਨੀ ਸਾਧ ਸੰਗਤ ਜੀ, ਬਸ ਆਪਣੇ ਅੰਦਰ ਦੇ ਜਿਹੜੇ ਪ੍ਰੇਮ ਨੂੰ ਉਹ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਕਰਨਾ ਆ। ਗੁਰੂ ਮਹਾਰਾਜ ਦੀ ਕੁਦਰਤ ਦੇ ਨਾਲ, ਗੁਰੂ ਮਹਾਰਾਜ ਦੀ ਕਾਇਨਾਤ ਦੇ ਨਾਲ, ਗੁਰੂ ਮਹਾਰਾਜ ਦੇ ਬਣਾਏ ਹੋਏ
जीव जंतुआं दे नाल खोज खोज के प्यार होर प्यार होर प्यार होर प्यार। अज निंदिया छड्डती, किसी दी निंदिया करनी ते दूर दी गल सुनन वाले पासे भी नहीं जाना। जिथे निंदिया हो जावे सतनाम वाहिगुरू कह के पासे हो जाइए। बड़ी स्वाद लगती है साध संगत जी ये निंदिया, लेकिन बहुत वड्डा नुकसान भी करती है। जी साडे मुकद्दर विच लिखिया है गड्डियां बंगले अपने आप आ जाने ने, दूसरे दी निंदिया करके नहीं आउणगे। जो है सगों वो भी चला जाएगा। अमोल रतन साच दिखलाया, जदों खोजते जाओगे अपने ऊपर काम करते जाओगे। सामने नौजवान बच्ची जा रही है, बच्चा जा रहा है, मन मैला होण लगा, नहीं महाराज मैनू बचाओ, सतनाम वाहिगुरू सतनाम वाहिगुरू सतनाम वाहिगुरू सतनाम वाहिगुरू। अपने मन नूं खोजते जाओगे। जिथे क्रोध आ रहे हैं, अक्सर घर दे विच मियाँ बीवी दे झगड़े, सस नूह दे झगड़े, अपने क्रोध नूं आप पीण दी छंडे हो जी। ये सोचिए गुरु नानक साहिब महाराज उसी नूह दे नाल, उसी सस दे नाल, भैन भरावां दे नाल, मेरी वाइफ दे नाल, हसबैंड दे नाल खड़े मौजूद ने, मैनू देख रहे ने और मेरे कोलों एक्सपैक्ट कर रहे ने कि धी पुत्र ये सिखां दा काम नहीं है। सिख ते निमरता नाल भरिया होया। सिख क्रोध विच आके अपने घर दे गिलास भांडे टीवी नहीं तोड़ते। सिख निमरता दे विच रहिंदे ने। बार बार अपने मन नूं याद कराइए, बार बार वर्क खोजत ये करदे करदे जिहड़ा अमोल रतन है वो गुरु महाराज अपने आप फिर जदों सतनाम वाहिगुरू 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 यही तो रतन बाहर आ रहे हैं। बार 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 जिन्ना कड्डी जाओगे। अफ्रीका दे विच जदों डायमंड दे व्यापारी जिहड़े बैठे ने, अफ्रीका दे विच जाउंदे ने, पत्थरां दे विचों डायमंड निकलदे ने, सिवाए गुरु परमेश्वर तो किसी नूं नहीं पता कि किहड़े पत्थर दे विच डायमंड है, हीरा है, और किहड़े पत्थर दे विच खाली कच है या पत्थर दे विच मिट्टी हुई है। लेकिन वो पता लगदा जदों पत्थर हथ विच आउंदा, उहनूं तोड़िया जांदा, तराशिया जांदा। कर किरपा जब मेले साहा, हुण खुशियां दे घर दे विच आके कह रहे ने कि जदों महाराज किरपा करके बार बार याद करा के अपने फोनां दे विच रिमाइंडर ला लईए, डू वाहिगुरू जाप, डू वाहिगुरू, हर एक 15 मिनट बाद वो रिमाइंडर याद करांदा जाएगा, सिखा तेनों वाहिगुरू वाहिगुरू करना है। सौंदे जांदे खांदे पींदे उठदे बैठदे, इशनान करदे वेले, प्रशादा बनाउंदे वेले, प्रशादा छकदे वेले 24 घंटे मशीन चलती रवे चलती रवे चलती रवे, खोजते रहिए। महाराज कह रहे ने जदों किरपा करके अपने नाल ए साहा मेल लैंदा है, कहो नानक गुर कै वे साह। निमरता दे घर दे विच आके फिर यही बचन कर रहे ने कि गुरु महाराज गुरु नानक साहिब जी नूं यही विसाहो मिल गया, यही विसाहो दे दिता, यही विसाहो करन दी इच्छा है, यही विसाहो करना चाहुंदे ने। असी भी सारे उस नाम रतन दा, उस नाम डायमंड दा विसाहा करिए, उहदी बिजनेस करिए और गुरु महाराज दे कोल बेअंत खजाने ने देंदा दे लैंदे थक पाए। इत्थे झोलियां अड़ के खड़ जाओगे और रतन पाई जाणगे, साडी झोलियां भर जाणगियां, लेकिन उन्हां दे कोल दातां नहीं मुकणियां। साध संगत जी शुकराने दे घर दे विच आके गुरु महाराज दे चरनां दा ओट आसरा लैके वाहिगुरू 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 साडे जीवन दा आधार बने। ये बेनतियां सच्चे पातशाह श्री गुरु हरकृष्ण साहिब महाराज जी के चरणों दे विच सारे रल मिल के करिए। आप जी ने इन्नी कु सेवा प्रवान करनी। सारे प्रबंधक वीरां दा, सारे सिंह साहिबान जी दा, सेवादारां दा, आप सारियां संगतां दा, सच्चे पातशाह अकाल पुरख महाराज श्री गुरु ग्रंथ साहिब जी दे पावन पवित्र स्वरूप आप सारियां दा रोम 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 करके धन्नवाद। गलतियां रह गईयां, गलतियां हो गईयां, आप जी अपना अनजान बख्शा समझ के माफ़ी देना। 5 वारी धन धन श्री गुरु हरकृष्ण साहिब महाराज जी का जाप करके फिर समाप्ति है। आओ सारे अपनी रसना पवित्र करिए और श्री गुरु हरकृष्ण साहिब महाराज जी के परोपकारां नूं चिंतन करिए। श्री हर कृष्ण ते आइए, श्री हर कृष्ण ते आइए,
जिस डिठै सब दुख जाए, जिस डिठै सब दुख जाए। श्री हर कृष्ण त्याय, श्री हर कृष्ण त्याय। जिस डिठै सब दुख जाए, जिस डिठै सब दुख जाए। श्री हर कृष्ण त्याय, श्री हर कृष्ण त्याय। जिस डिठै सब दुख जाए, जिस डिठै सब दुख जाए। साध संगत जी इन्नी सेवा प्रवान करनी असीस बख्शियो। वाहे गुरु जी का खालसा, वाहे गुरु जी की फतेह।